ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਰੂਪ ਸਰੂਪ ਖਾਲਸਾ ਸਾਧ ਸੰਗਤ ਵਡਭਾਗੀ ਹੋ ਸਾਹਿਬ ਨਸੀਬ ਹੋ। ਉੱਤਮ ਕਰਮਾਂ ਵਾਲੇ ਹੋ ਜੋ ਸਰਬ ਸੁਖ ਕਰਤਾ ਸਰਬ ਦੁੱਖ ਹਰਤਾ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੇਅੰਤ 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 ਵਡਿਆਈਆਂ ਭਰੇ ਪਵਿੱਤਰ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹੋ ਅਥਵਾ ਦੂਰ ਦਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਇੰਟਰਨੈਟ ਰਾਹੀਂ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਗੁਰੂ ਚਰਨਾਂ ਵਿੱਚ ਸੁਰਤ ਜੋੜ ਕੇ ਸ਼ਬਦ ਦਾ ਰਸ ਮਾਣ ਰਹੇ ਹੋ। ਲੜੀਵਾਰ ਚੱਲ ਰਹੀ ਕਥਾ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਮੁਖ ਤੋਂ ਉਚਾਰਨ ਹੋਏ ਮਹਾਨ ਬੋਲ ਆਪ ਜੀ ਨੇ ਸਨਮਾਨ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਇਸ ਪਾਵਨ ਸਥਾਨ ਦੇ ਸਤਿਕਾਰਯੋਗ ਹੈਡ ਗ੍ਰੰਥੀ ਸਾਹਿਬ ਜੀ ਪਾਸੋਂ ਬੜੇ ਪਿਆਰ ਸਹਿਤ ਸਰਵਣ ਕੀਤੇ ਨੇ। ਜਿਵੇਂ ਆਪਾਂ ਪਿੱਛੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਜੀਵਨ ਨਾਲ ਜੁੜਿਆ ਹਰ ਇੱਕ ਪੱਖ ਸਮਝਿਆ ਤੇ ਵਿਚਾਰਿਆ, ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਦੇ ਇਹਨਾਂ ਪਾਵਨ ਸਲੋਕਾਂ ਵਿੱਚ ਵੀ ਸਾਡੇ ਜੀਵਨ ਨਾਲ ਜੁੜਿਆ ਹਰ ਇੱਕ ਪੱਖ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਵਿਚਾਰ ਆਰੰਭਤਾ ਤੋਂ ਪਹਿਲਾਂ ਗੁਰੂ ਬਖਸ਼ਿਸ਼ ਕੀਤੀ, ਗੁਰੂ ਫਤਿਹ ਪ੍ਰਵਾਨ ਕਰੋ, ਆਸੀਸ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਪਦਾਰਥ ਪਾਇਕ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ। ਧਰਮ ਦੇ ਮਾਰਗ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਬਰੀਕ ਦੱਸਿਆ। ਧਰਮ ਦੇ ਮਾਰਗ ਤੇ ਚੱਲ ਕੇ ਗੁਰੂ ਤੱਕ ਔਰ ਗੁਰੂ ਦੇ ਰਾਹੀਂ ਪਰਮੇਸ਼ਰ ਤੱਕ ਪਹੁੰਚਣ ਵਾਲੀ ਗਲੀ ਬਹੁਤ ਬਰੀਕ ਸਤਿਗੁਰੂ ਜੀ ਨੇ ਦੱਸੀ ਹੈ। ਖੰਨਿਓ ਤਿੱਖੀ ਵਾਲੋਂ ਨਿੱਕੀ ਇਹ ਮਾਰਗ ਜਾਣਾ, ਔਰ ਉਸ ਮਾਰਗ ਦੇ ਪਾਂਧੀ ਨੂੰ ਬਹੁਤ ਜ਼ਿਆਦਾ ਧਿਆਨ ਦੀ ਜ਼ਰੂਰਤ ਹੈ। ਰਸਤਾ ਜਿੰਨਾ ਬਰੀਕ ਹੋਵੇ, ਜਿੰਨਾ ਸੌੜਾ ਹੋਵੇ, ਛੋਟਾ ਹੋਵੇ, ਉਨਾ ਹੀ ਜ਼ਿਆਦਾ ਉਹ ਧਿਆਨ ਮੰਗਦਾ ਹੈ। ਔਰ ਜਿਸ ਰਾਹਗੀਰ ਨੂੰ ਇਹ ਖਿਆਲ ਹੋਵੇ ਕਿ ਮੈਂ ਬਿਨਾਂ ਡਿੱਗੇ ਤੋਂ ਬਿਨਾਂ ਰੁਕੇ ਤੋਂ ਮੰਜ਼ਿਲ ਤੇ ਪਹੁੰਚਣਾ ਹੈ, ਉਹ ਇੱਕ ਇੱਕ ਕਦਮ ਫੂਕ ਕੇ ਰੱਖਦਾ ਹੈ ਔਰ ਬਹੁਤ ਸੰਜੀਦਗੀ ਦੇ ਨਾਲ ਉਹ ਚੱਲਦਾ ਹੈ। ਧਰਮ ਦਾ ਮਾਰਗ ਦੁਨੀਆ ਦੇ ਸਾਰੇ ਹੀ ਮਾਰਗਾਂ ਦੇ ਨਾਲੋਂ ਪਰਿਵਾਰਕ, ਸਮਾਜਿਕ ਸਾਰੇ ਖੇਤਰਾਂ ਦੇ ਵਿੱਚੋਂ
ਧਰਮ ਦਾ ਖੇਤਰ ਜਿਹੜਾ ਉਹ ਬਹੁਤ ਸੰਜੀਦਗੀ ਦੇ ਨਾਲ ਚੱਲਣ ਵਾਲਾ ਮਾਰਗ ਰਸਤਾ ਹੈ। ਪਹਿਲੇ ਸ਼ਲੋਕ ਵਿੱਚ ਇੱਥੇ ਕਬੀਰ ਸਾਹਿਬ ਜੀ ਨੇ ਧਰਮੀ ਮਨੁੱਖ ਨੂੰ ਸੁਚੇਤ ਕੀਤਾ ਹੈ ਤੇ ਨਾਲ ਦੁਨੀਆ ਦੀ ਦਸ਼ਾ ਤੇ ਦੁਨੀਆ ਦੀ ਹਾਲਤ ਵੀ ਦੱਸੀ। ਰਾਮ ਪਦਾਰਥ ਪਾਇ ਕੈ ਕਬੀਰਾ ਗਾਂਠ ਨਾ ਖੋਲ। ਅਕਾਲ ਪੁਰਖ ਵਾਹਿਗੁਰੂ ਦੀ ਤੇਰੇ ਤੇ ਕਿਰਪਾ ਹੋਈ, ਗੁਰੂ ਦਾ ਦਰ ਮਿਲਿਆ, ਗੁਰੂ ਦੀ ਕਿਰਪਾ ਹੋਈ, ਗੁਰੂ ਨੇ ਨਾਮ ਦਿੱਤਾ। ਜੇ ਰੱਤੀ ਭਰ ਕੋਈ ਗੁਰੂ ਦੇ ਦਰ ਆ ਕੇ, ਗੁਰੂ ਦੇ ਘਰ ਆ ਕੇ ਕੋਈ ਕਿਣਕਾ ਵੀ ਪ੍ਰਾਪਤ ਹੋਇਆ ਤੇ ਦੁਨੀਆ ਦੇ ਵਿੱਚ ਰੌਲਾ ਨਾ ਪਾਉਣ ਤੁਰ ਪਵੀਂ। ਗੁਰਬਾਣੀ ਦੇ ਬਚਨਾਂ ਦੇ ਰਾਹੀਂ ਜੇ ਇਸ ਵਿਸ਼ੇ ਨੂੰ ਸਮਝੀਏ ਤੇ ਇਹ ਰੌਲਾ ਪਾਉਣ ਦਾ ਵਿਸ਼ਾ ਨਹੀਂ ਹੈ, ਦਿਖਾਉਣ ਦਾ ਨਹੀਂ ਹੈ, ਜਣਾਉਣ ਦਾ ਨਹੀਂ ਹੈ। ਇਹ ਆਪਣੇ ਅੰਦਰ ਜਜ਼ਬ ਕਰਨ ਵਾਲਾ, ਲੁਕਾਉਣ ਵਾਲਾ, ਛੁਪਾਉਣ ਵਾਲਾ ਔਰ ਉਹਦਾ ਅੰਤਰਾਤਮੇ ਆਨੰਦ ਮਾਣਨ ਦਾ ਇਹ ਮਾਰਗ ਹੈ। ਤਾਂ ਹੀ ਬਚਨ ਕੀਤੇ ਨੇ, ਕਾਹੇ ਰਿਬਕ ਬਾਦ ਲਾਇਓ, ਜਿਨ ਹਰ ਪਾਇਓ ਤਿਨੇ ਛੁਪਾਇਓ। ਜਿਨ੍ਹਾਂ ਨੇ ਉਹਨੂੰ ਪਾਲਿਆ ਉਹ ਕਹਿਣ ਜੋਗੇ ਨਹੀਂ, ਕਹਿੰਦੇ ਹੀ ਨਹੀਂ, ਤੇ ਜਿਹੜੇ ਕਹਿ ਰਹੇ ਨੇ ਉਹਨਾਂ ਨੇ ਪਾਇਆ ਨਹੀਂ। ਕਹਿ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੈ। ਧਰਮੀ ਮਨੁੱਖ ਨੂੰ ਕਬੀਰ ਜੀ ਨੇ ਸਾਵਧਾਨ ਕੀਤਾ ਹੈ, ਧਰਮ ਦੇ ਮਾਰਗ ਤੇ ਤੁਰੇਗਾ ਕੁਝ ਕਿਣਕਾ ਪ੍ਰਾਪਤ ਹੋਏਗਾ, ਕਿਉਂਕਿ ਉਹ ਰਸਤਾ ਹੈ ਜਿੱਥੋਂ ਲਾਜ਼ਮੀ ਪ੍ਰਾਪਤੀ ਹੋਏਗੀ। ਇੱਕ ਤਿਲ ਨਹੀਂ ਭੰਨੇ ਘਾਲੇ। ਜੇ ਤੂੰ ਇੱਕ ਵਾਰ ਵੀ ਵਾਹਿਗੁਰੂ ਕਿਹਾ ਨਾ, ਉਹ ਵੀ ਬਿਰਥਾ ਨਹੀਂ ਜਾਣ ਲੱਗਾ। ਇਹਦਾ ਫਲ ਤੇ ਮਿਲੇਗਾ। ਇਸ ਮਾਰਗ ਤੇ ਬਹੁਤ ਜ਼ਿਆਦਾ ਨਹੀਂ, ਥੋੜੀ ਪ੍ਰਾਪਤੀ ਜ਼ਰੂਰ ਹੋਵੇਗੀ, ਪਰ ਥੋੜੀ ਜਿਹੀ ਪ੍ਰਾਪਤੀ ਕਰਕੇ ਆਪਣੇ ਦੁਨੀਆ ਦੇ ਵਿੱਚ ਸਤਿਕਾਰ ਵਧਾਉਣ ਤੇ ਕਰਾਉਣ ਦੀ ਲਾਲਸਾ, ਇੱਛਾ ਨਾਲ ਰੌਲਾ ਨਾ ਪਾਉਣ ਲੱਗ ਪਵੀਂ। ਬਲਕਿ ਜਿਵੇਂ ਜਿਵੇਂ ਪਾਵੀਂ ਤਿਵੇਂ ਤਿਵੇਂ ਨੀਵਾਂ ਹੁੰਦਾ ਜਾਈਂ। ਜਿਵੇਂ ਜਿਵੇਂ ਨੀਵਾਂ ਹੁੰਦਾ ਜਾਏਗਾ ਤਿਵੇਂ ਤਿਵੇਂ ਵਸਤੂ ਹੋਰ ਵੱਧਦੀ ਜਾਏਗੀ। ਹਰ ਬੰਦਾ ਪੈਸੇ ਕਮਾਉਂਦਾ ਹੈ, ਧਨ ਕਮਾਉਂਦਾ ਹੈ, ਰੌਲਾ ਤਾਂ ਨਹੀਂ ਨਾ ਪਾਉਂਦਾ ਮੈਂ ਇੰਨੀ ਮਾਇਆ ਕਮਾਈ ਹੈ। ਧਨ ਨੂੰ ਲੁਕਾਉਂਦਾ ਹੈ, ਧਨ ਨੂੰ ਲੁਕਾਉਂਦਾ ਹੈ, ਦੂਜੇ ਨੂੰ ਪਤਾ ਨਾ ਲੱਗੇ ਲੁਕਾਉਂਦਾ ਹੈ। ਤੇ ਧਰਮ ਦਾ ਬਹੁਤ ਜ਼ਿਆਦਾ ਦਿਖਾਵਾ ਕਰਦਾ ਹੈ, ਜਦੋਂ ਕਿ ਧਰਮ ਦਿਖਾਵੇ ਦਾ ਵਿਸ਼ਾ ਨਹੀਂ, ਧਰਮ ਕਮਾਉਣ ਦਾ ਵਿਸ਼ਾ ਹੈ। ਧਰਮ ਗੁਣਾਂ ਦਾ ਮਾਰਗ ਹੈ। ਗੁਣ ਗ੍ਰਹਿਣ ਕਰਨੇ, ਗੁਣਾਂ ਦੇ ਧਾਰਨੀ ਹੋਣਾ, ਗੁਣ ਸਿੱਖਣੇ, ਗੁਣ ਕਮਾਉਣੇ, ਗੁਣਾਂ ਤੇ ਅਮਲ ਕਰਨਾ, ਗੁਣ ਵੰਡਣੇ, ਇਹ ਧਰਮ ਦਾ ਫਲਸਫਾ ਹੈ। ਗੁਣਾਂ ਨੂੰ ਪਾਸੇ ਰੱਖ ਕੇ ਤੇ ਕੇਵਲ ਗੁਣਾਂ ਦੀਆਂ ਗੱਲਾਂ ਕਰਨੀਆਂ, ਇਹਦੇ ਨਾਲ ਕਿਸੇ ਵੀ ਧਰਮ ਦਾ ਕੋਈ ਬਹੁਤ ਲਾਭ ਨਹੀਂ ਹੋਇਆ ਤੇ ਨਾ ਹੋ ਸਕਦਾ ਹੈ। ਜੇ ਗੱਲਾਂ ਦੀ ਹੀ ਗੱਲ ਕਰੀਏ ਤੇ ਸਾਹਿਬ ਕਹਿੰਦੇ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕੁਸੁਦਾ ਕਾਲੀਆਂ, ਬਾਹਰ ਚਿਟਵੀਆਂ। ਗੱਲੀ ਬਾਤੀ ਤੇ ਹਰ ਕੋਈ ਇੱਕ ਦੂਸਰੇ ਤੋਂ ਚੰਗਾ ਹੈ, ਪਰ ਇੱਥੇ ਗੱਲਾਂ ਨਹੀਂ ਵੇਖੀਆਂ ਜਾਂਦੀਆਂ, ਇੱਥੇ ਗੁਣ ਵੇਖੇ ਜਾਂਦੇ ਨੇ। ਤੇ ਜਦੋਂ ਗੁਣ ਪ੍ਰਾਪਤ ਹੋਣ, ਮੇਰੇ ਮਾਲਕ ਦੀ ਬਖਸ਼ਿਸ਼ ਹੋਵੇ, ਨਾਮ ਦਾ ਬੀਜ ਹਿਰਦੇ ਵਿੱਚ ਬੀਜਿਆ ਜਾਏ ਤੇ ਬਾਹਰ ਲੋਕਾਂ ਵਿੱਚ ਰੌਲਾ ਨਾ ਪਾਵੀਂ। ਬਾਣੀ 'ਚ ਬੜੀ ਥਾਵੀਂ ਨਾਮ ਨੂੰ ਬੀਜ ਦਾ, ਬੀਜ ਨਾਲ ਤਸ਼ਬੀਹ ਦਿੱਤੀ ਹੈ। ਨਾਮ ਬੀਜ, ਤੇ ਜੇ ਨਾਮ ਬੀਜਣਾ
ਤੇ ਨਾਮ ਬੀਜ ਕੇ ਕਰਨਾ ਕਿ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਜੇ ਨਾਮ ਬੀਜ ਹੈ ਤੇ ਬੀਜ ਧਰਤੀ ਦੇ ਉੱਤੇ ਪਿਆ ਰਵੇ ਤੇ ਫਲੀਭੂਤ ਨਹੀਂ ਹੁੰਦਾ। ਬੀਜ ਧਰਤੀ ਦੇ ਵਿੱਚ ਜਾਂਦਾ ਹੈ, ਧਰਤੀ ਦੇ ਅੰਦਰ ਤੱਕ ਜਾਂਦਾ ਹੈ, ਧਰਤੀ ਦੀ ਗੋਦ ਦਾ ਆਨੰਦ ਮਾਣਦਾ ਹੈ, ਤਾਂ ਜਾ ਕੇ ਫੁੱਟਦਾ। ਤੇਰਾ ਬੀਜਿਆ ਹੋਇਆ ਨਾਮ ਬੀਜ ਫੁੱਟ ਪਵੇ, ਇਸ ਲਈ ਤੇਰੇ ਕੋਲ ਲਾਜ਼ਮੀ ਸੰਤੋਖ ਸੁਹਾਗਾ ਚਾਹੀਦਾ ਹੈ। ਤੇ ਜਦੋਂ ਸੰਤੋਖ ਦਾ ਸੁਹਾਗਾ ਫੇਰੇਗਾ ਤੇ ਬਾਹਰੀ ਤੌਰ ਤੇ ਇੱਕ ਕੰਮ ਹੋਰ ਕਰਨਾ ਪਏਗਾ, ਰੱਖ ਗਰੀਬੀ ਵੇਸ। ਮਨ ਤੂੰ ਮਤ ਮਾਣ ਕਰੇ ਜੇ ਹੋਂ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ ਗਰੀਬੀ ਵੇਸ। ਔਰ ਗਰੀਬੀ ਦੇ ਸ਼ਬਦ ਕੇਵਲ ਕਹਿਣ ਵਾਸਤੇ ਨਹੀਂ, ਤੇਰੇ ਜੀਵਨ ਚੋਂ, ਤੇਰੀ ਬੋਲੀ ਚੋਂ, ਤੇਰੇ ਕਾਰ ਵਿਹਾਰ ਆਚਾਰ ਚੋਂ ਝਲਕਦੇ ਹੋਣ। ਰੱਖ ਗਰੀਬੀ ਵੇਸ। ਤੇ ਇਸ ਵਾਸਤੇ ਗਾਂਠ ਨਾ ਖੋਲ ਦਾ ਭਾਵ ਇਹ ਵੀ ਰੌਲਾ ਨਾ ਪਾਈ। ਹੁਣ ਆਪਾਂ ਬਿਲਕੁਲ ਇਹਦੇ ਵਿਪਰੀਤ ਕਰਦੇ ਹਾਂ। ਅਸੀਂ ਨਿਤਨੇਮ ਕਰਨਾ ਹੋਵੇ ਤੇ ਅਸੀਂ ਗੁਰਦੁਆਰਾ ਸਾਹਿਬ ਪ੍ਰੋਗਰਾਮ ਚੱਲਦਾ ਹੋਏਗਾ, ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਆਪਾਂ ਨਹੀਂ ਦੂਜੇ ਵੱਲ ਵੇਖਣਾ ਵੀ ਕੀ ਹੋ ਰਿਹਾ। ਆਪਾਂ ਆਉਣਾ ਹੈ, ਗੁਟਕਾ ਲੈ ਕੇ ਤੇ ਆਪਣਾ ਕੰਮ ਸ਼ੁਰੂ ਕਰਨਾ ਹੈ। ਭਾਵਾਂ ਕਿ ਗੁਰੂ ਘਰਾਂ ਦੇ ਵਿੱਚ ਵੱਖਰੀ ਥਾਂ ਬਣਾਈ ਹੈ। ਜੇ ਤੁਸੀਂ ਘਰ ਨਿਤਨੇਮ ਨਹੀਂ ਕੀਤਾ, ਗੁਰੂ ਘਰ ਆ ਕੇ ਕਰਨਾ ਹੈ, ਕੋਈ ਬਾਣੀ ਪੜ੍ਹਨੀ ਹੈ ਤੇ ਵੱਖਰੀ ਥਾਂ ਤੁਸੀਂ ਬੈਠ ਕੇ ਪੜ੍ਹ ਸਕਦੇ ਹੋ। ਪਰ ਸਾਰਿਆਂ ਦੇ ਵਿੱਚ ਸੰਗਤ ਵਿੱਚ ਬੈਠ ਕੇ ਪੜ੍ਹਨਾ, ਉਹਦਾ ਕਿਤੇ ਨਾ ਕਿਤੇ ਮਕਸਦ ਨਿਤਨੇਮ ਦੇ ਨਾਲ ਨਾਲ ਇਹ ਵੀ ਹੁੰਦਾ ਵੀ ਚਾਰ ਲੋਕ ਵੇਖਣ ਵੀ। ਕੋਈ ਵੇਖੇ ਉਹਨੂੰ ਪਤਾ ਤੇ ਲੱਗੇ ਵੀ ਮੈਂ ਇੰਨਾ ਨਿਤਨੇਮ ਕਰਦਾ, ਮੈਂ ਇੰਨੀ ਬਾਣੀ ਪੜ੍ਹਦਾ, ਮੈਂ ਇੰਨਾ ਨੇਮੀ ਹਾਂ, ਮੈਂ ਇੰਨਾ ਪ੍ਰੇਮੀ। ਜਦੋਂ ਤੱਕ ਅਸੀਂ ਗੁਰਬਾਣੀ ਨਿਤਨੇਮ ਕੇਵਲ ਦੂਸਰੇ ਨੂੰ ਦਿਖਾ ਕੇ ਸ਼ੋਭਾ ਖੱਟਣ ਲਈ ਕਰਾਂਗੇ, ਉਦੋਂ ਤੱਕ ਗੁਰੂ ਪਾਤਸ਼ਾਹ ਜੀ ਨੇ ਸਾਡੇ ਜੀਵਨ ਨੂੰ ਸਵਾਰਨ ਲਈ ਜੋ ਅਮੋਲਕ ਬਚਨ ਕਹੇ ਨੇ, ਉਹ ਸਾਡੇ ਹਿਰਦੇ ਤੱਕ ਨਹੀਂ ਪਹੁੰਚਣਗੇ। ਨਾਲ ਨਾਲ ਪੜਾਂਗੇ, ਨਾਲ ਨਾਲ ਵੇਖਾਂਗੇ ਕੋਈ ਵੇਖ ਵੀ ਰਿਹਾ ਕਿ ਨਹੀਂ ਵੇਖ ਰਿਹਾ। ਜੇ ਕਿਸੇ ਨੇ ਨਹੀਂ ਵੇਖਿਆ ਤੇ ਆਪ ਦੱਸਾਂਗੇ, ਮੈਂ ਇੰਨਾ ਪਾਠ ਕਰਦਾ, ਮੈਂ ਇੰਨਾ ਨਿਤਨੇਮ ਕਰਦਾ, ਮੈਂ ਇੰਨੀ ਸੇਵਾ ਕਰਦਾ। ਔਰ ਮੇਰਾ ਜਾਤੀ ਤਜਰਬਾ ਹੈ ਵੀ ਜਿਹੜੇ ਲੋਕ ਇਸ ਤਰ੍ਹਾਂ ਗੁਰੂ ਘਰ ਵਿੱਚ ਜਾ ਕੇ ਸੇਵਾ ਕਰਕੇ ਜਾਂ ਨਿਤਨੇਮ ਕਰਕੇ ਬਾਣੀ ਪੜ੍ਹ ਕੇ ਰੌਲਾ ਪਾਉਣ ਲੱਗ ਜਾਂਦੇ ਨੇ, ਉਹਨਾਂ ਦੇ ਪੱਲੇ ਇਹ ਸ਼ੁਭ ਗੁਣ ਰਹਿੰਦਾ ਨਹੀਂ, ਮੁੜ ਕੇ ਗੁਆਚ ਜਾਂਦਾ ਹੈ। ਕਿਉਂਕਿ ਨਿਤਨੇਮ ਕਰਨ ਦਾ, ਬਾਣੀ ਪੜ੍ਹਨ ਦਾ, ਗੁਰੂ ਘਰ ਆਉਣ ਦਾ ਮਕਸਦ ਇਹ ਨਹੀਂ ਸੀ ਕਿ ਮੈਂ ਲੋਕਾਂ ਨੂੰ ਦਿਖਾਵਾਂ ਤੇ ਲੋਕ ਵੇਖ ਕੇ ਮੇਰੀ ਤਾਰੀਫ ਕਰਨ। ਮਕਸਦ ਇਹ ਸੀ ਕਿ ਗੁਰੂ ਦੇ ਅਮੋਲਕ ਬਚਨਾਂ ਤੋਂ ਮੈਂ ਕੀ ਸਿੱਖ ਰਿਹਾ, ਮੇਰਾ ਜੀਵਨ ਕਿੱਥੇ ਹੈ। ਗੁਰੂ ਦੇ ਬਚਨਾਂ ਤੋਂ ਮੇਰੇ ਜੀਵਨ ਵਿੱਚ ਕਿੰਨੀ ਕੁ ਤਬਦੀਲੀ ਆਈ, ਕੋਈ ਬਦਲਾਵ ਆਇਆ ਕਿ ਨਹੀਂ। ਆਪਣੇ ਸਵੈਮ ਨੂੰ, ਆਪਣੇ ਨਿਜ ਨੂੰ ਚੀਨ, ਨਿਜ ਨੂੰ ਵੇਖ, ਸਵੈਮ ਨੂੰ ਪੜਚੋਲ ਤੇ ਬਾਹਰ ਰੌਲਾ ਨਾ ਪਾ। ਔਰ ਜੇ ਰੌਲਾ ਪਾਏਗਾ ਤਾਂ ਵੀ ਪੱਲੇ ਕੱਖ ਨਹੀਂ ਪੈਣਾ। ਨਹੀਂ ਪੱਟਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਮੋਲ। ਕਿਹਦੇ ਨਾਲ ਰੱਬ ਦੀ ਗੱਲ ਕਰੇਂਗਾ, ਤੈਨੂੰ ਇਹੋ ਜਿਹਾ ਕਿਤੇ ਕੋਈ ਪੱਟਣ ਬਾਜ਼ਾਰ ਸ਼ਹਿਰ ਨਹੀਂ ਮਿਲਣਾ। ਦੂਸਰਾ, ਤੈਨੂੰ ਕਿਤੇ ਕੋਈ ਰੱਬ ਦੇ ਨਾਮ ਦਾ ਪਾਰਖੂ ਨਹੀਂ ਮਿਲਣਾ ਜਿਹਨੂੰ ਇਹ ਪਰਖ ਹੋਵੇ। ਦੁਨੀਆ ਪਰਖ ਕੱਪੜਿਆਂ ਦੀ ਕਰਦੀ ਹੈ, ਦੁਨੀਆ ਪਰਖ ਦਿਖਾਵੇ ਦੀ ਕਰਦੀ ਹੈ, ਦੁਨੀਆ ਨੂੰ ਪਖੰਡ ਦੀ ਪਰਖ ਹੈ, ਦੁਨੀਆ ਝੂਠ ਦੀ ਪਰਖ ਕਰਦੀ ਹੈ ਔਰ ਇਹਦੇ ਤੋਂ ਪ੍ਰਭਾਵਿਤ ਹੁੰਦੀ ਹੈ। ਪਖੰਡ ਤੋਂ ਪ੍ਰਭਾਵਿਤ ਹੈ ਦੁਨੀਆ, ਝੂਠ ਤੋਂ ਪ੍ਰਭਾਵਿਤ ਹੈ, ਦਿਖਾਵੇ ਤੋਂ ਪ੍ਰਭਾਵਿਤ ਹੈ। ਲੋਕਾਂ ਨੂੰ ਇਹਦਾ ਬੜਾ ਇਲਮ ਹੈ। ਰੱਬ ਦੇ ਨਾਮ ਦਾ ਕਿਸੇ ਨੂੰ ਕੀ ਪਤਾ, ਕੀ ਪਰਖ ਕਿ ਰੱਬ ਦਾ ਨਾਮ ਕੀ ਹੈ। ਰੱਬ ਦੇ ਨਾਮ ਦੀਆਂ ਕੇਵਲ ਗੱਲਾਂ ਬਹੁਤ ਨੇ, ਪਰ ਹੈਨ ਵਿਰਲੇ ਨਾਹੀਂ ਘਣੇ ਫੈਲ ਫੱਕੜ ਸੰਸਾਰ। ਪਰ ਗੱਲਾਂ ਵਾਲੇ ਬਹੁਤ ਨੇ, ਜਪਣ ਤੇ ਜਪਾਉਣ ਵਾਲੇ ਬੜੇ ਵਿਰਲੇ ਨੇ। ਤੇ ਮੇਰਾ ਮਾਲਕ ਆਖਦਾ ਵੀ ਮੈਂ ਉਹਨਾਂ ਦੇ ਨਾਲ ਵਾਹ ਵਾਸਤਾ ਨਹੀਂ ਰੱਖਦਾ ਜਿਹੜੇ ਨਾਮ ਦੀਆਂ, ਜਿਹੜੇ ਗੁਰੂ ਦੀਆਂ, ਜਿਹੜੇ ਰੱਬ ਦੀਆਂ, ਜੋ ਧਰਮ ਦੀਆਂ ਕੇਵਲ ਗੱਲਾਂ ਕਰਦੇ ਨੇ। ਮੇਰਾ ਮਾਲਕ ਤੇ ਆਖਦਾ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ
ਅਵਰਾ ਨਾਮ ਜਪਾਵੇ। ਤੇ ਜਪਾਏਗਾ ਉਹ ਜਿਹੜਾ ਜਪਦਾ ਹੋਏਗਾ, ਤੇ ਜਿਹੜਾ ਜਪਦਾ ਹੈ ਉਹ ਕੇਵਲ ਜਪਦਾ, ਉਹ ਗੱਲਾਂ ਨਹੀਂ ਕਰਦਾ। ਤੇ ਜੇ ਦੁਨੀਆ ਦੇ ਲੋਕਾਂ ਦੇ ਨਾਲ ਇਹਦੀ ਸਾਂਝ ਪਾਉਣ ਤੁਰੀਏ ਤੇ ਇਹਦਾ ਕੋਈ ਪਾਰਖੋ ਨਹੀਂ ਮਿਲਦਾ। ਜੇ ਕਿਸੇ ਨੂੰ ਪਰਖੋ ਹੋਵੇ ਵੀ ਥੋੜੀ ਬਹੁਤ, ਤੇ ਨਾਮ ਧਨ ਦਾ ਕੋਈ ਗਾਹਕ ਹੀ ਨਹੀਂ ਹੈ, ਕੋਈ ਗਾਹਕ ਨਹੀਂ ਹੈ। ਗਾਹਕ ਨੇ ਝੂਠ ਦੇ, ਪਖੰਡ ਦੇ, ਦਿਖਾਵੇ ਦੇ, ਝੂਠੇ ਡੰਬਰਾਂ ਦੇ। ਰੱਬ ਦੇ ਨਾਮ ਦਾ ਕੌਣ ਗਾਹਕ ਹੈ? ਗੱਲਾਂ ਬਾਤਾਂ ਨਾਲ ਜੋ ਮਰਜ਼ੀ ਕਰੀ ਜਾਏ, ਹਕੀਕਤ 'ਚ ਰੱਬ ਦੇ ਨਾਮ ਦਾ ਗਾਹਕ ਕੋਈ ਵਿਰਲਾ ਹੈ। ਨਹੀਂ ਮੋਲ, ਫਿਰ ਇਹ ਸੌਦਾ ਇਸ ਲਈ ਵੀ ਕਿਤੇ ਪਟਣਾ ਨਹੀਂ, ਕਿਉਂਕਿ ਇਹਦਾ ਮੁੱਲ ਕੀ ਹੈ, ਇੱਕ ਕਿਸੇ ਨੂੰ ਇਹਦਾ ਮੁੱਲ ਨਹੀਂ ਪਤਾ। ਤੇ ਜੋ ਮੁੱਲ ਹੈ ਉਹ ਕੋਈ ਦੇ ਨਹੀਂ ਸਕਦੇ, ਤੇ ਜੋ ਲੋਕ ਇਹਦਾ ਮੁੱਲ ਦੇਣ ਨੂੰ ਤਿਆਰ ਨੇ ਉਹ ਇਹਦਾ ਮੁੱਲ ਹੈ ਹੀ ਨਹੀਂ। ਬੜੀ ਸਮੰਜਸ। ਬਾਣੀ ਚੋਂ ਬਚਨ ਪੜਾਂਗੇ, ਪਾੜ ਪੜੋਸਣ ਪੁੱਛ ਲੈ ਨਾਮਾ, ਕਾ ਪਹਿਚਾਨ ਛਵਾਈ ਹੋ। ਭਗਤ ਨਾਮਦੇਵ ਦੀ ਛਪਰੀ ਬੜੀ ਸੋਹਣੀ ਹੈ, ਤੇ ਗਵਾਂਢਣ ਪੁੱਛਦੀ ਹੈ ਵੀ ਛਪਰੀ ਬੰਨੀ ਕਿੰਨੇ। ਬੜੀ ਸੋਹਣੀ ਛਪਰੀ ਹੈ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਵੀ ਮੇਰੇ ਜੀਵਨ ਦਾ ਮਿਆਰ ਤੇ ਇੱਥੇ ਤੱਕ ਪਹੁੰਚਿਆ ਵੀ ਮੇਰਾ ਤੇ ਜੋ ਵੀ ਕੋਈ ਕੰਮ ਹੈ ਉਹ ਮਾਲਿਕ ਹੀ ਕਰਦਾ। ਭੋਜਨ ਦੇਣ ਵਾਲਾ ਮਾਲਕ ਹੈ, ਰੋਟੀ ਦੇਣ ਵਾਲਾ ਮਾਲਕ ਹੈ, ਸਾਹ ਦੇਣ ਵਾਲਾ ਮਾਲਕ ਹੈ। ਇਹ ਜੀਵਨ ਉਸ ਵਾਹਿਗੁਰੂ ਦਾ। ਇਹ ਛਪਰੀ ਵੀ ਉਹਨੇ ਬਣਾਈ, ਉਹਨੇ ਦਿੱਤੀ। ਜਰਾ ਮੈਨੂੰ ਵੀ ਦੱਸ ਇਹ ਕਿੰਨੇ ਬਣਾਈ ਹੈ? ਹੁਣ ਵੇਖਿਓ ਦੁਨੀਆ ਦਾ ਖਿਆਲ ਕਿੱਥੇ ਹੈ। ਬਹੁਤਾਤ ਦੁਨੀਆ ਦੀ ਸੋਚ ਜਿਹੜੀ ਉਹ ਗਵਾਂਢਣ ਵਾਲੀ ਸੋਚ ਹੈ। ਤੇ ਨਾਮਦੇਵ ਜੀ ਆਂਦੇ ਨੇ, ਭੈਣੇ ਜ਼ਰੂਰੀ ਤੇ ਨਹੀਂ ਨਾ ਵੀ ਜਿਹੜਾ ਮੇਰੀ ਛਪਰੀ ਬਣਾ ਗਿਆ ਉਹ ਤੇਰੀ ਵੀ ਬਣਾਏਗਾ। ਇੱਦਾਂ ਤਾਂ ਨਹੀਂ ਨਾ, ਇਹ ਤਾਂ ਜ਼ਰੂਰੀ ਨਹੀਂ। ਉਹ ਪੱਖ ਦੂਸਰਾ ਕਿ ਸਾਡੀ ਇਹ ਭਾਵਨਾ ਹੈ, ਆਪਾਂ ਅਰਦਾਸ ਕਰਦੇ ਹਾਂ, ਮਾਲਕ ਕਿਰਪਾ ਵੀ ਕਰਦਾ। ਪਰ ਜੇ ਬਾਣੀ ਨੂੰ ਪੜ੍ਹੀਏ ਤੇ ਆਪਾਂ ਅਰਦਾਸ ਕਰਦੇ ਹਾਂ ਵੀ ਸਤਿਗੁਰੂ ਮੇਰਾ ਆ ਕਾਰਜ ਸਵਾਰ ਦੇ, ਆ ਕਾਰਜ ਸਵਾਰ ਦੇ। ਤੇ ਇਹ ਪੰਕਤੀਆਂ ਦੇ ਅਰਥ ਵੀ ਤੇ ਸਾਨੂੰ ਸਮਝ ਲੈਣੇ ਚਾਹੀਦੇ ਨੇ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਰਜ ਸਵਾਰਤਾ। ਉਹ ਤੇ ਉਹਦੀ ਕਾਰਜ ਸਵਾਰਦਾ ਨਾ ਜਿਹੜਾ ਉਹਦੀ ਭਗਤੀ ਕਰੇ। ਇਹ ਤਾਂ ਨਹੀਂ ਨਾ ਵੀ ਉਹ ਕਿਤੇ ਗੁਰੂ ਘਰ ਨਾ ਜਾਂਦਾ ਹੋਵੇ, ਰੱਬ ਦਾ ਕਿਤੇ ਨਾਂ ਨਾ ਲੈ, ਬਾਣੀ ਪੜ੍ਹੇ ਨਾ, ਕਿਤੇ ਵਾਹਿਗੁਰੂ ਆਖੇ ਨਾ, ਰੱਜ ਕੇ ਝੂਠ ਬੋਲੇ, ਰੱਜ ਕੇ ਚੋਰੀਆਂ ਕਰੇ, ਰੱਜ ਕੇ ਵਿਚਾਰੀ ਹੋਵੇ, ਤੇ ਰੱਜ ਕੇ ਸ਼ਰਾਬੀ ਹੋਵੇ, ਤੇ ਫਿਰ ਆਖੇ ਵੀ ਮੇਰਾ ਕੰਮ ਗੁਰੂ ਕਰੇ। ਤੇ ਬਾਣੀ ਤਾਂ ਨਹੀਂ ਨਾ ਮੰਨਦੀ ਵੀ ਗੁਰੂ ਇਹੋ ਜਿਹਿਆਂ ਦੇ ਕੰਮ ਕਰੇਗਾ। ਇਹ ਸੱਚ ਹੈ ਵੀ ਗੁਰੂ ਬੇੜੇ ਤਾਰਦਾ, ਬੰਨੇ ਲਾਉਂਦਾ, ਪਰ ਲਾਉਂਦਾ ਮੱਕੜ ਸ਼ਾਹ ਵਰਗਿਆਂ ਦੇ ਹੈ। ਕਿੰਨੇ ਡੁੱਬਦੇ ਨੇ ਸਮੁੰਦਰਾਂ 'ਚ ਬੇੜੇ, ਮੁੱਦਤਾਂ ਤੋਂ ਡੁੱਬਦੇ ਆਏ ਨੇ, ਅੱਜ ਵੀ ਡੁੱਬਦੇ ਨੇ। ਉਹਨਾਂ ਦੇ ਕਿਉਂ ਨਹੀਂ ਲੱਗਦੇ? ਕਿਉਂਕਿ ਉਹਨਾਂ 'ਚ ਬੈਠਾ ਕੋਈ ਮੱਖਣ ਸ਼ਾਹ ਵਰਗਾ ਨਹੀਂ ਹੁੰਦਾ। ਅੱਜ ਵੀ ਉਹਨਾਂ ਬੇੜਿਆਂ 'ਚ ਬੈਠਾ ਕੋਈ ਮੱਖਣ ਸ਼ਾਹ ਵਰਗਾ ਹੋਏਗਾ ਤੇ ਅੱਜ ਵੀ ਗੁਰੂ ਬੇੜਾ ਬੰਨੇ ਲਾਏਗਾ। ਕਿਉਂਕਿ ਮੱਖਣ ਸ਼ਾਹ ਆਖਦਾ ਸਾਰੇ ਜਿਹੜੇ ਉਹਦੇ ਕਰਿੰਦੇ ਨੇ ਵੀ ਦੱਸੋ ਕੋਈ ਚਾਰਾ ਹੈ ਤੁਹਾਡੇ ਕੋਲ? ਕਹਿੰਦੇ ਨਹੀਂ। ਉਹਨੇ ਕਿਹਾ ਫਿਰ ਮੇਰੇ ਕੋਲ ਚਾਰਾ ਹੈ, ਮੇਰੇ ਕੋਲ ਚਾਰਾ ਹੈ, ਬੇੜਾ ਬੰਨੇ ਲੱਗੇਗਾ। ਤੇਰੇ ਕੋਲ ਕੀ ਚਾਰਾ ਹੈ? ਮੇਰੇ ਕੋਲ ਆਸਰਾ ਮੇਰੇ ਗੁਰੂ ਦਾ, ਮੇਰੇ ਕੋਲ ਆਸਰਾ ਅਰਦਾਸ ਦਾ। ਮੈਂ ਗੁਰੂ ਚਰਨਾਂ 'ਚ ਅਰਦਾਸ ਕਰਾਂਗਾ, ਗੁਰੂ ਬੌੜੀ ਕਰੇਗਾ। ਗੁਰੂ ਚਰਨਾਂ 'ਚ ਅਰਦਾਸ ਕੀਤੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਰਪਾ ਕੀਤੀ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਹੁਣ ਇਹਦੇ 'ਚੋਂ ਇੱਕ ਪੱਖ ਦੇ ਨਾਲ ਅਸੀਂ ਸਹਿਮਤ ਹਾਂ, ਇੱਕ ਨਾਲ ਸਹਿਮਤ ਨਹੀਂ। ਗੁਰੂ ਸਾਡੇ ਕਾਰਜ ਸਵਾਰੇ, ਇਹ ਤੇ ਅਸੀਂ ਚਾਹੁੰਦੇ ਹਾਂ। ਜੋ ਜਨ ਤੁਮਰੀ ਭਗਤ ਕਰਨਤਾ ਵਾਲਾ ਕੰਮ ਸਾਡੇ ਤੋਂ ਨਹੀਂ ਹੋ ਸਕਦਾ। ਅਸੀਂ ਇੱਥੇ ਖਲੋਤੇ। ਮੇਰੀ ਇਹ ਭੈਣੇ, ਇਹ ਜ਼ਰੂਰੀ ਤੇ ਨਹੀਂ ਨਾ ਵੀ ਰੱਬ ਮੇਰੀ ਛਪਰੀ ਬਣ ਗਿਆ ਤੇ ਤੇਰੀ ਵੀ ਬਣੇ। ਹੁਣ ਅਗਲੀ ਗੱਲ ਵੇਖਿਓ, ਜਿਹੜੀ ਉਹ ਅਗਲੀ ਗਵਾਂਢਣ ਦੀ ਸੋਚ ਹੈ, ਉਹ ਦੁਨੀਆ ਦੇ ਹਰ ਬੰਦੇ ਦੀ ਧਰਮ ਦੇ ਪ੍ਰਤੀ ਆ ਸੋਚ ਹੈ। ਇਹ ਕਿਵੇਂ ਨਹੀਂ ਹੋ ਸਕਦਾ ਕਿ ਤੇਰੀ ਛਪਰੀ ਬੰਨੀ ਹੈ ਤੇ ਮੇਰੀ ਨਾ ਬੰਨੇ। ਅਗਲੀ ਪੰਕਤੀ ਸੁਣਿਓ, ਤੋਪੈ ਦੁਗਣੀ ਮਜੂਰੀ ਦੇ ਹੋ, ਮੁਖ ਬੇਟੀ ਦੇਹੁ ਬਤਾਈ ਹੋ। ਜਿੰਨੇ ਪੈਸੇ ਤੂੰ ਦਿੱਤੇ ਨੇ, ਗੱਲ ਕਿੱਥੇ ਆ ਗਈ? ਪੈਸੇ ਤੇ।
दुनिया के लोग धर्म की हर एक गल पैसे ते टिकाउंदे ने, माया ते टिकाउंदे ने कि केवल माया दे नाल ही सब कुछ हो जाना। तो पै दुगनी मजूरी दे हो, जिन्हें पैसे तू दिते नहीं ना तेरे नू दुगने देंगी कि मेरे को पैसे नहीं, वो तेरा काम करेगा तो मेरा नहीं करेगा। मुझको बेटी देव बताई हो, मैनू दसो कौन है पाई ना लोगों ने कीमत कि तेरे नाल दुगनी मजूरी देंगी तो मेरी भी छपरी दस वो बने जिन्हें तेरी बनी। री भाई बेटी देन ना जाए भैने, मैं तेनू ओदे बारे दस ही नहीं सकता। राम पदार्थ पाई के कबीरा गांठ ना खोल, भैने मैं तेनू ओदे बारे नहीं दस सकता। देख बेटी रहो समाई, हमारे बेटी प्राणधारा रहा। वो फिर खड़े पै गई भी नहीं नहीं मैं ते मुल देंगी ये, तो तू मैनू दस। मैं क्या भी जे सच्ची मुल ते आ गई है ना तो फिर सुन ला, जो तू मुल देना चाहनी है वो मुल वो नहीं लेंदा। वो की लेंदा है? बेटी प्रीत मजूरी मांगे, जे को शान शवावे हो, लोग कुटुंब सब हूं ते तोरे, तो अपन बेटी आवे हो। चाहनी है ना कि वो तेरी छपरी बने, तो फिर ये काम करेंगी। लोग कुटुंब सब हूं ते तोरे, साची प्रीत हम तुमसे जोरी, तुमसे जोर अवर संग तोरी करेंगी है। वो प्रीत दी मजूरी मंगदा है। दुनिया के लोग पैसा दे के सारा कुछ करना चाहते हैं। जे पैसे दे नाल गुरु नानक की बख्शिश मिलती हुंदी ते बाबा लहणा जी मुर्दा खाण तक ना पहुंचते। फिर धनाढ़ लोग अमीर लोग गुरु नानक की सिੱਖੀ मुल खरीद के लै जाते। जे पैसे दे नाल गुरु नानक के घरों बख्शिशां मिलदियां हुंदियां कि गुरु नानक नूं पैसे दिओ तो जो कुछ मर्जी गुरु कोलों करवा लो, तो फिर 12-12 साल 60 साल की उम्र विच आके 12 साल बाबा अमरदास जी गागर ना ढोंदे। कोई अमीर आउंदा पैसे दे के गुरु दी बख्शिशां लै जांदा। आया सी ना अकबर भी, गुरु अमरदास महाराज जी तो सारिया बख्शिशां फिर ते अकबर ही लै जांदा। बल्कि उन्हें हथ जोड़ के आख्या कि मेरे वालों गुरु के लंगरां दे ना जगीर, ते सतगुरु ने कहा ना बई ना, गुरु का लंगर ते जगीर बादशाह दी ना, ये गुरु की जगीर है, गुरु का लंगर है। और ये चलदा किवें है, किवें चलेगा? जिवें अज तक चल रहा है। ये किसी ने 5 पाउने ने, किसी ने 10 पाउने ने, किसी ने 50 पाउने, किसी 20 पाउने। ये सारे ने, गरीब ने अमीर ने, सब ने अपना हिस्सा पाउना ते चलना है। ये गुरु दा है। पर दुनिया की सोच ये है पैसे ना असी सारा कुछ खरीद लेने। अज तो होर ज्यादा पैसे ना सब कुछ खरीदिया जा रहा है। पैसे ना कानून खरीदिया जा सकता है, पैसे नाल जज खरीदे जाते हैं, पैसे नाल बंदे खरीदे जाते हैं, पैसे नाल मस्कीन साहब कहते ना भी हर एक बंदा ही तकरीबन विकाऊ दिख रहा। शर्त यह है कि कीमत उसकी मर्जी की होवे। आ दिख रहा अपना ईमान वेचण नूं, अपना किरदार वेचण नूं बहुत तादाद लोग तैयार ने। शर्त है उसकी कीमत वाजिब कीमत मिले। कोई विरले ने जिहड़े नहीं विकदे, कोई विरले ने जिहड़े नहीं विकदे, ते विकदे नहीं। ते हुण लोकां दी ये आदत बनी है भी जदों असीं इन्ना कुछ खरीद सकते हैं, फिर पैसे नाल रब दा नाम क्यों नहीं खरीद सकते? पैसे नाल गुरु की बख्शिश क्यों नहीं खरीद सकते? आही मसला कबीर साहब के सामने भी आया। कबीर साहब कहते ने अब तो जाए चढ़े सिंहासन मिले है सारंग पानी, राम कबीरा एक पै कोई ना सके पछानी। कबीर आंदा मैं रब नूं मिल गया। ते कबीर तू तो साडा गवांढी है। कोई आंदा कबीर तू तो मेरा मित्र है, तू तो साडे गली महल्ले रहना है, रोज मूँह मत्थे लगता है, तेरे नाल साडी सांझ है, साडा भी काम करा। आपां काम कराउने ना एक दूजे तो, साडा भी काम करा। दसो की काम है? तू रब नूं मिलिया ते सानू भी मिला, सानू भी मिला दे। ते कबीर साहब कहते भी मिल लो। वो कोई ये थोड़ी कि मैनू मिलिया तो किसी होर लई मनाही हो, तो सब नूं मिलण नूं तैयार है।
ਢਿੱਲ ਤੇ ਤੁਹਾਡੇ ਵੱਲੋਂ ਹੀ ਹੈ ਨਾ। ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ, ਇਹ ਸਭ ਜਗ ਤੇਰਾ ਹੋਏ। ਉਹ ਤੇ ਤੈਨੂੰ ਆਪਣਾ ਬਣਾਉਣ ਨੂੰ ਤਿਆਰ ਹੈ, ਤੂੰ ਹੀ ਉਹਦਾ ਹੋਣ ਨੂੰ ਤਿਆਰ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਤੈਨੂੰ ਆਪਣਾ ਬਣਾਉਣ ਨੂੰ ਤਿਆਰ ਨੇ। ਮਾਂ ਸਾਹਿਬ ਕੌਰ ਤੇ ਬਾਹਾਂ ਉਲੇਰ ਕੇ ਤੇਰੀ ਉਡੀਕ ਕਰਦੀ ਹੈ ਵੀ ਆ ਪੁੱਤ ਮੇਰੀ ਗੋਦ ਵਿੱਚ ਬੈਠ। ਤੂੰ ਹੀ ਅੰਮ੍ਰਿਤ ਛਕ ਕੇ ਉਹਨੂੰ ਮਾਂ ਮੰਨਣ ਨੂੰ ਤਿਆਰ ਨਹੀਂ ਤੇ ਮਾਂ ਕੀ ਕਰੇ? ਢਿੱਲ ਤੇ ਤੇਰੇ ਵੱਲੋਂ ਹੀ ਹੈ ਨਾ। ਮੈਨੂੰ ਮਿਲਿਆ ਤੇ ਤੁਹਾਨੂੰ ਵੀ ਮਿਲੇਗਾ। ਤੇ ਫਿਰ ਦੁਨੀਆ ਦੀ ਜਿਹੜੀ ਸੋਚ ਸੀ ਉਹ ਫਿਰ ਸਾਹਮਣੇ ਆਈ। ਦੱਸ ਕਿੰਨੇ ਪੈਸੇ ਲੱਗਦੇ ਨੇ? ਕਬੀਰ ਸਾਹਿਬ ਕਹਿੰਦੇ ਨੇ ਪੈਸੇ ਨਾਲ ਨਹੀਂ ਗੱਲ ਬਣਦੀ। ਫਿਰ ਸੋਨਾ ਦੇ ਦਿੰਦੇ ਆ, ਚਾਂਦੀ ਦੇ ਦਿੰਦੇ ਆ। ਰੁਪਈਏ ਨਾਲ ਨਹੀਂ ਗੱਲ ਬਣੇਗੀ, ਚਾਂਦੀ ਨਾਲ ਤੇ ਬਣੇਗੀ, ਸੋਨੇ ਨਾਲ ਤੇ ਬਣੇਗੀ। ਬਸ ਕਬੀਰ ਸਾਹਿਬ ਕਹਿੰਦੇ ਇੱਥੇ ਹੀ ਕੰਮ ਖਰਾਬ ਹੈ। ਮਾਇਆ ਵੇੜਿਆ ਮਨ ਧਰਮ ਦੇ ਖੇਤਰ ਵਿੱਚ ਜਦੋਂ ਆਏਗਾ ਮਾਇਆ ਦੀ ਗੱਲ ਕਰੇਗਾ। ਉਹ ਮਾਇਆ ਨਾਲ ਸਾਰਾ ਕੁਝ ਦੁਨੀਆ ਵਿੱਚ ਕੱਪੜੇ ਖਰੀਦਦਾ ਹੈ, ਸੋਨਾ ਖਰੀਦਦਾ ਹੈ, ਬੰਦੇ ਖਰੀਦਦਾ ਹੈ, ਲੋਕਾਂ ਨੂੰ ਖਰੀਦਦਾ ਹੈ। ਉਹ ਮਾਇਆ ਦੇ ਨਾਲ ਧਰਮ ਵੀ ਖਰੀਦਣਾ ਚਾਹੁੰਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਦੁਨੀਆ ਦੇ ਲੋਕੋ ਡੰਕੇ ਦੀ ਚੋਟ ਨਾਲ ਸੁਣ ਲਓ, ਧਨ ਦੇ ਨਾਲ ਪੈਸੇ ਨਾਲ ਬਹੁਤ ਕੁਝ ਖਰੀਦਿਆ ਜਾ ਸਕਦਾ ਹੈ, ਪਰ ਪੈਸੇ ਦੇ ਨਾਲ ਰੱਬ ਦਾ ਨਾਮ, ਪੈਸੇ ਨਾਲ ਗੁਰੂ, ਪੈਸੇ ਨਾਲ ਗੁਰੂ ਦੀ ਬਖਸ਼ਿਸ਼ ਖਰੀਦੀ ਨਹੀਂ ਜਾ ਸਕਦੀ। ਕੰਚਨ ਸਿਉ ਪਾਈਏ ਨਹੀਂ ਤੋਲ, ਨਹੀਂ ਖਰੀਦੀ ਜਾ ਸਕਦੀ। ਫਿਰ ਇਹਦੀ ਭੇਟਾ ਕੀ ਹੈ? ਮਨ ਦੇ ਰਾਮ ਲਿਆ ਹੈ ਮੋਲ। ਇਹ ਕੰਮ ਲੋਕ ਨਹੀਂ ਕਰ ਸਕਦੇ। ਸੋਨਾ ਦੇ ਸਕਦੇ ਨੇ, ਪੈਸਾ ਦੇ ਸਕਦੇ ਨੇ, ਜਿੰਨਾ ਮਰਜ਼ੀ, ਪੈਸੇ ਦੀ ਕੋਈ ਉਹ ਨਹੀਂ, ਜਿੰਨਾ ਮਰਜ਼ੀ ਦੇ ਸਕਦੇ ਆ। ਮਨ ਨਹੀਂ ਦੇ ਸਕਦੇ, ਕਿਉਂਕਿ ਜਿੱਦਣ ਮਨ ਗੁਰੂ ਨੂੰ ਦਿੱਤਾ ਤੇ ਗੁਰੂ ਨੇ ਉਦਣ ਆਖਣਾ ਇਹ ਮਨ ਹੁਣ ਗੁਰੂ ਦਾ ਹੋ ਗਿਆ, ਹੁਣ ਇਹ ਮਨ ਮੇਰਾ ਹੋ ਗਿਆ, ਹੁਣ ਤੈਨੂੰ ਸ਼ਰਾਬ ਦੀ ਆਗਿਆ ਨਹੀਂ, ਹੁਣ ਤੂੰ ਸ਼ਰਾਬ ਨਹੀਂ ਪੀਏਗਾ, ਤੂੰ ਨਸ਼ਾ ਨਹੀਂ ਵਰਤੇਗਾ। ਹੁਣ ਮਨ ਗੁਰੂ ਨੂੰ ਦੇ ਦਿੱਤਾ, ਤੂੰ ਚੋਰੀ ਨਹੀਂ ਕਰ ਸਕਦਾ, ਤੂੰ 5 ਦੀ ਚੀਜ਼ 75 'ਚ ਨਹੀਂ ਵੇਚ ਸਕਦਾ, ਤੂੰ ਗੁਰੂ ਦਾ ਹੋ ਗਿਆ। ਇਹ ਪਾਬੰਦੀਆਂ ਵਿੱਚ ਫਿਰ ਇਹ ਕਿਵੇਂ ਰਵੇ? ਇਹਨੂੰ ਤੇ ਆਦਤ ਪਈ ਹੈ ਮਨ ਮਰਜ਼ੀਆਂ ਕਰਨ ਦੀ, ਮਨ ਮਰਜ਼ੀ ਦਾ ਬੋਲਣਾ, ਮਨ ਮਰਜ਼ੀ ਦਾ ਖਾਣਾ, ਮਨ ਮਰਜ਼ੀ ਦਾ ਪਹਿਨਣਾ, ਮਨ ਮਰਜ਼ੀ ਦਾ ਬੋਲਣਾ, ਮਨ ਮਰਜ਼ੀ ਦਾ ਵੇਖਣਾ, ਮਨ ਮਰਜ਼ੀ ਦਾ ਸੁਣਨਾ। ਮੇਰੀ ਮਰਜ਼ੀ ਜਦੋਂ ਸੌਵਾਂ, ਮੇਰੀ ਮਰਜ਼ੀ ਜਦੋਂ ਉੱਠਾਂ। ਮਨ ਗੁਰੂ ਨੂੰ ਦੇ ਦਿੱਤਾ ਤੇ ਗੁਰੂ ਤੇ ਆਖੇਗਾ ਪਿਛਲ ਪੈਰ ਨਾ ਜਾਗਿਓ ਜੀ ਵੰਦੜੋ ਮੋਇਓ। ਮਨ ਗੁਰੂ ਨੂੰ ਦੇ ਦਿੱਤਾ ਫਿਰ ਤੇ ਗੁਰੂ ਆਵਾਜ਼ ਮਾਰੇਗਾ ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜ਼ਾਰ। ਇਹ ਤੇ ਕੰਮ ਖਰਾਬ ਹੋਏਗਾ। ਇਸ ਲਈ ਬੰਦਾ, ਪੈਸੇ ਦੀ ਗੱਲ ਹੁੰਦੀ, ਅਸ਼ਟਾਵਕਰ ਵਾਲੀ ਸਾਖੀ ਆਪ ਜੀ ਸੁਣਦੇ ਹੋ ਨਾ, ਸਾਰਾ ਕੁਝ ਦੇਣ ਨੂੰ ਤਿਆਰ ਹੈ ਬੰਦਾ, ਗੁਰੂ ਨੂੰ ਮਨ ਦੇਣ ਨੂੰ ਤਿਆਰ ਨਹੀਂ। ਤੇ ਗੁਰੂ ਕਹਿੰਦਾ ਮੈਨੂੰ ਤੇਰਾ ਮਨ ਹੀ ਚਾਹੀਦਾ। ਜੇ ਪੈਸੇ ਦੇ ਨਾਲ, ਧਨ ਦੇ ਨਾਲ ਖੇਡ ਬਣਦੀ ਹੁੰਦੀ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਆਖਦੇ ਵੀ ਮਾਇਆ ਦਿਓ ਤੇ ਮੈਂ ਤੁਹਾਨੂੰ ਖੰਡੇ ਬਾਟੇ ਦੀ ਪੌਲ ਦਿੰਨਾ, ਤੇ 5 ਨਾ ਆਉਂਦੇ ਉੱਤੇ ਤੇ 50 ਆ ਜਾਂਦੇ, 500 ਆ ਜਾਂਦੇ, 5000 ਆ ਜਾਂਦੇ ਪੈਸੇ ਵਾਲੇ। ਪਰ ਮੇਰੇ ਗੁਰੂ ਨੇ ਆਖਿਆ ਮਾਇਆ ਨਹੀਂ, ਨੰਗੀ ਕਿਰਪਾਨ ਲੈ ਕੇ ਆਏ ਨੇ, ਮੈਨੂੰ ਸਿਰ ਚਾਹੀਦਾ। ਇੱਥੇ ਆਓ, ਸਿਰ ਚਾਹੀਦਾ। ਤੇ ਸਿਰ ਦੀ ਜਦੋਂ ਗੱਲ ਆਈ ਤੇ ਉਦੋਂ ਫਿਰ ਮਸੀ 80,000 ਚੋਂ 5 ਆਉਂਦੇ ਨੇ। ਇਹ ਬੇਟਾ ਮੇਰੇ ਸਾਹਿਬ ਨੇ ਕਿਰਪਾ ਕੀਤੀ। ਕਬੀਰ ਸਾਹਿਬ ਕਹਿ ਰਹੇ ਨੇ ਦੁਨੀਆ ਦਾ ਇਹ ਸੁਭਾਅ ਹੈ, ਨਹੀਂ ਪਟਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਮੂਲ। ਨਾ ਕਿਤੇ ਰੱਬ ਦੇ ਨਾਮ ਦਾ ਜਿੱਥੇ ਵਣਜ ਵਪਾਰ ਹੁੰਦਾ ਹੋਵੇ ਇਹੋ ਜਿਹਾ ਕੋਈ ਬਾਜ਼ਾਰ ਦਿਖਦਾ, ਨਾ ਇਹਦੀ ਕੋਈ ਨੂੰ ਪਰਖ, ਤੇ ਨਾ ਇਹਦਾ ਕੋਈ ਗਾਹਕ ਹੀ ਹੈ, ਤੇ ਨਾ ਇਹਦੀ ਕੋਈ ਕੀਮਤ ਦੇ ਸਕਦਾ ਹੈ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਇਸ ਲਈ ਰੌਲਾ ਨਾ ਪਾਉਂਦਾ ਫਿਰ, ਰੱਬ ਦੇ ਨਾਮ ਦਾ ਜਿੱਥੇ ਜਿੱਥੇ ਜ਼ਿਕਰ ਨਾ ਕਰਦਾ ਫਿਰ। ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲੱਖ ਵਿਕਾਏ। ਤਾਂ ਗੱਲ ਕਰੀ। ਇਹ ਸੌਖੀ ਨਹੀਂ ਹੈ, ਇਹ ਖੇਡ ਬਣੀ ਪਈ ਐਵੇਂ ਰੌਲਾ ਪਾਉਂਦਾ ਫਿਰ। ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੂੰ ਮੋਲ ਮਹਿੰਗੀ ਲਈ ਜੀ ਸਟੈ। ਅਗਲਾ ਸਲੋਕ। ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਦਾ ਜਾਈ,
कबीर तासो प्रीत कर जाको ठाकुर राम। अगला श्लोक। ਆਪਾਂ जन्म ਲੈਂਦੇ ਹਾਂ तो बहुत सारे रिश्ते ऐसे होंगे ने ਜਿਹੜੇ ਸਾਡੇ जन्म ਦੇ ਨਾਲ ही सिर ते खड़े हो जाते हैं। साड़ी चॉइस नहीं होंगे वो रिश्ते, असी नहीं चुने होंगे। जन्म लिया तो रिश्ते बन गए। ये भूआ है, ये मासी है, मामा है, फुफड़ है, चाचा है, ताया है, असी नहीं बनाए, जन्म लिया आपे बन गए। दुनिया में एक रिश्ता है जिहड़ा मनुख आप बनाउंदा है, वो रिश्ता है मित्र दा। दोस्ती करनी, मित्रता करनी। ते कबीर साहब कहते किसी ना मित्रता करी, क्योंकि ये रिश्ता तेरे ते थोपिया नहीं जाता, ये तू अपनी मर्जी ना बनाना है। ते प्रीत पता किहदे ना करी, मित्रता किहदे ना करी, जाको ठाकुर राम। जिहदे नाल मित्रता करनी होवे उहनूं वेखी ये गुरुद्वारे जांदा भी है कि नहीं जांदा। अपने बच्चों का जे भविख सवारना है तो सानू उन्हां दे मित्रां ते भी ध्यान रखने की जरूरत है। साडे बच्चे का बहना उठना किन्ना नाल है, मेरे बच्चे की संगत कैसी है, मेरे बच्चे के मित्र गुरुद्वारे जाने वाले ने कि ठेके ते जाने वाले ने। जे वो गुरुद्वारे जाने वाले ने बच्चे का जीवन भविख सौर जाएगा। जे वो बाणी पढ़ने वाले ने, गुरु घर आके सेवा करने वाले ने, भांडे मांजण वाले ने, तुहाडे बच्चे का जीवन सौर जाएगा। जे बच्चे की संगत माड़ी है, वो संगत ही उन्होंने उस पासे ले जाएगी, माड़े पासे। इसलिए जिहदे नाल मित्रता करनी, जिहदे नाल सांझ पाउणी, वेखी उहदा ठाकुर कौन है, वो जुड़िया किहदे नाल है, वो वाहिगुरू जी दे नाल जुड़िया कि नहीं जुड़िया। जे जुड़िया तो प्रीत पा लई, जे नहीं जुड़िया साकत टुटा। कबीर साकत संग न कीजिए, दूरे जाइए भाग, फिर उहदे तो किनारा करी। पंडित राजे भूपति आवे कौने काम। तीन जनियां का जिक्र किया कबीर साहब ने, पंडित, राजे, भूपति। जिहदे नाल प्रीत करनी है, ये जरूरी नहीं कि वह पंडित होवे, वो राजा होवे, वो भूपति भाव बड़ा जमींदार होवे, ये जरूरी नहीं। जरूरी है जाको ठाकुर राम, भी वो रब नाल जुड़िया होया कि नहीं जुड़िया। इन्हां तिन्हां ते क्वेश्चन मार्क आया है। पंडित नूं विद्या का हंकार होएगा, मैं 4 अखर पढ़े ने, मेरे जिन्ने अखर कौन पढ़ता है, मैं बहुत विद्वान हाँ, मैं बहुत सियाणा है। पंडित अपने हंकार च तुरिया। पंडित का शुद्ध अर्थ हिंदू नहीं हुंदा, जिसका अर्थ हिंदू बनता वो ब्राह्मण है, और गुरबाणी के अर्थ अनुसार वह अर्थ भी ब्राह्मण नहीं बनता। कहो कबीर जो ब्रह्म विचार है सो ब्राह्मण कहियत है हमारे। पंडित का अर्थ विद्वान है। राजे जिहड़ा राजा होवे, भूपति, भू कहिए धरती, पति उहदा मालक, बहुत वड्डा जमींदार। आवे कौने काम, ये तो क्वेश्चन मार्क अगे। लोड़ पैण ते ये कदों किसी दे काम आउंदे ने। पंडित विद्या के हंकार विच कदों किसी दे काम आउंदा है। कोई विरला पंडित होएगा जिहड़ा किसी दे काम आवे, हुण ते नहीं हुंदा। वो अपने हंकार विच है। राजा अपने हंकार विच है। राजा कदों किसी दे काम आउंदा है। राजे नूं कदों दिख रहा है कि तराई तराई मची पई है। राजे नूं कदों दिख रहा है कि मेरे देश के लोगों नूं घटो घट मरण तो बाद, जिहदा दुनिया च कोई नहीं, उन्होंने मन 2 मन लकड़ा कफन ते अग नसीब हो जाता सी, ते अज उन्होंने ये भी नसीब नहीं हो रहा। बंदियां दे शरीर नदियां च रुड़दे फिरदे ने, राजे नूं कित्थे दिख रहा है। मेरे देश का अन्नदाता किन्ने महीनों तो सड़कों पर बैठा है, दिल्ली दियां बरूहां ते बैठा है। किहड़ा दिन हुंदा जिदन दिल्ली दियां बरूहां तो देश के अन्नदाते की किसी न किसी के घर लाश नहीं जाती, पर राजे नूं कित्थे दिख रहा है। वो बरसात में बैठे ने, वो सर्दी में बैठे ने, उन्हें गर्मी का दुख वेखिया। झक्खड़ आउंदा है, तंबू ते अध कुट जाते ने, राजा कित्थे वेखदा है। पंडित राजे, ये राजे कित्थे वेखदे ने। लोकी मरदे होण राजे कित्थे वेखदे ने।
ਇਹ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਹੈ ਕਿ ਜਦੋਂ ਵੀ ਦੁਨੀਆ ਦੇ ਵਿੱਚ ਕੋਈ ਦੁੱਖ ਪੈਂਦਾ ਤੇ ਗੁਰੂ ਨਾਨਕ ਦਾ ਸਿੱਖ ਦੁਨੀਆ ਦੇ ਦੁੱਖ ਵੰਡਾਉਣ ਵਾਸਤੇ ਭੱਜਦਾ ਹੈ। ਉਹ ਰੋਟੀ ਦੀ ਗੱਲ ਹੋਵੇ, ਉਹ ਆਕਸੀਜਨ ਦੀ ਗੱਲ ਹੋਵੇ, ਉਹ ਦਵਾਈ ਦੀ ਗੱਲ ਹੋਵੇ। ਸਿੰਘ ਸਾਹਿਬ ਜੀ ਰਕਾਬਗੰਜ ਸਾਹਿਬ ਦਾ ਜ਼ਿਕਰ ਕਰ ਰਹੇ ਸਨ। ਕੀ ਮਿਲ ਰਿਹਾ ਉੱਥੇ? ਉੱਥੇ ਇਕੱਲੀ ਦਵਾਈ ਹੀ ਨਹੀਂ ਮਿਲ ਰਹੀ, ਉੱਥੇ ਦੁਆ ਵੀ ਨਾਲ ਮਿਲ ਰਹੀ ਹੈ, ਅਰਦਾਸਾਂ ਵੀ ਮਿਲ ਰਹੀਆਂ ਨੇ, ਗੁਰਬਾਣੀ ਦੇ ਸ਼ਬਦ ਵੀ ਕੰਨਾਂ 'ਚ ਪੈ ਰਹੇ ਨੇ। ਉੱਥੇ ਅੰਮ੍ਰਿਤ ਰੂਪ ਕੜਾ ਪ੍ਰਸ਼ਾਦੀ ਦੇਗ ਵੀ ਮਿਲ ਰਹੀ ਹੈ। ਤੇ ਗੁਰੂ ਦੇ ਉੱਪਰ ਭਾਵਨਾ ਰੱਖਣ ਵਾਲੇ ਦੇ ਕੰਨਾਂ 'ਚ ਗੁਰੂ ਦਾ ਸ਼ਬਦ ਪੈ ਜਾਏ, ਅੱਧਾ ਤੇ ਉਦੋਂ ਹੀ ਠੀਕ ਹੁੰਦਾ ਹੈ। ਰੋਗੀ ਹੋਵੇ ਸਿੱਖ ਗੁਰੂ ਦੇ ਦੁਆਰ ਆ ਜਾਏ, ਅੱਧਾ ਤੇ ਉਦੋਂ ਹੀ ਠੀਕ ਹੋ ਜਾਂਦਾ ਹੈ। ਦਵਾਈ ਦੀ ਥਾਂ ਤੇ ਦਵਾਈ, ਤੇ ਨਾਲ ਦੁਆਵਾਂ, ਨਾਲ ਅਰਦਾਸਾਂ, ਨਾਲ ਸ਼ਬਦ, ਗੁਰਬਾਣੀ ਦੇ ਪਾਠ। ਕਿੰਨੇ ਲੋਕ ਆ ਰਹੇ ਨੇ, ਰਾਜੀ ਹੋ ਕੇ ਜਾ ਰਹੇ ਨੇ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਉਪਰਾਲਾ ਕੀਤਾ ਹੈ। ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਉਪਰਾਲੇ ਹੁੰਦੇ ਨੇ। ਕਿਤੇ ਲੰਗਰ ਦੀ ਲੋੜ ਹੈ, ਇਹ ਕੌਣ ਕਰਦਾ ਹੈ? ਇਹ ਗੁਰੂ ਨਾਨਕ ਦਾ ਸਿੱਖ ਕਰਦਾ। ਜਿੱਥੇ ਜਿੱਥੇ ਦੁਨੀਆ ਵਿੱਚ ਸਿੱਖ ਬੈਠਾ, ਦੂਸਰੇ ਦੀ ਬਿਪਤਾ ਵੇਖ ਕੇ ਭੱਜ ਤੁਰਦਾ ਹੈ। ਪੱਗਾਂ ਵਾਲਾ ਭੱਜ ਤੁਰਦਾ ਹੈ, ਕੋਈ ਸਿਲੰਡਰ ਲੈ ਕੇ, ਕੋਈ ਰੋਟੀ ਲੈ ਕੇ, ਕੋਈ ਚਾਹ ਲੈ ਕੇ, ਕੋਈ ਦਵਾਈ ਲੈ ਕੇ। ਰਾਜੇ ਨੂੰ ਕਿੱਥੇ ਦੇਖ ਰਿਹਾ ਹੈ? ਰਾਜਾ ਤੇ ਸੁੱਤਾ ਪਿਆ। ਪੰਡਤ ਰਾਜੇ ਭੂਪਤੀ, ਭੂਪਤੀ ਵੱਡੇ ਵੱਡੇ ਜ਼ਿਮੀਂਦਾਰ, ਉਹਨਾਂ ਨੂੰ ਕਿੱਥੇ ਦੇਖ ਰਿਹਾ ਹੈ? ਆਵੇ ਕੌਣੇ ਕਾਮ, ਲੋੜ ਪੈਣ ਤੇ ਤੇਰੇ ਕੰਮ ਨਹੀਂ ਆਉਣਗੇ, ਇਸ ਲਈ ਮਿੱਤਰ ਉਹਨੂੰ ਬਣਾਵੀਂ। ਜ਼ਰੂਰੀ ਨਹੀਂ ਕਿ ਉਹ ਪੰਡਤ ਹੋਵੇ, ਰਾਜਾ ਹੋਵੇ, ਜਾਂ ਉਹ ਬੜਾ ਜ਼ਿਮੀਂਦਾਰ ਹੋਵੇ ਉਹ ਤੇਰਾ ਮਿੱਤਰ ਹੋਵੇ। ਨਹੀਂ, ਮਿੱਤਰ ਬਣਾਉਣ ਲੱਗਿਆ ਇਹ ਵੇਖਣਾ ਹੈ ਇਹ ਗੁਰਦੁਆਰੇ ਜਾਂਦਾ ਕਿ ਨਹੀਂ ਜਾਂਦਾ, ਇਹ ਬਾਣੀ ਪੜ੍ਹਦਾ ਕਿ ਨਹੀਂ ਪੜ੍ਹਦਾ, ਇਹਦਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੈ ਕਿ ਨਹੀਂ ਹੈ, ਕਿਤੇ ਹੋਰ ਆਸੇ ਪਾਸੇ ਭਟਕਣ ਵਾਲਾ ਤੇ ਨਹੀਂ। ਇਹ ਆਸੇ ਪਾਸੇ ਭਟਕਣ ਵਾਲਾ ਹੋਵੇਗਾ, ਮੈਨੂੰ ਵੀ ਖੜੇਗਾ, ਮੇਰਾ ਵੀ ਰਾਹ ਬਦਲੇਗਾ, ਉਹਦਾ ਤਿਆਗ ਕਰ। ਤੀਸਰਾ ਸ਼ਲੋਕ। ਕਬੀਰ ਪ੍ਰੀਤ ਇੱਕ ਸਿਉ ਕੀ ਹੈ। ਪ੍ਰੀਤ ਕਿਹਦੇ ਨਾਲ ਕਰਨੀ ਹੈ? ਇੱਕ ਨਾਲ, ਇੱਕ ਵਾਹਿਗੁਰੂ ਜੀ ਨਾਲ ਪ੍ਰੀਤ, ਇੱਕ ਮਾਲਕ ਨਾਲ ਪ੍ਰੀਤ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਪ੍ਰੀਤ ਇੱਕ ਨਾ, ਇੱਕ ਨਾ ਪ੍ਰੀਤ ਪਾਏਗਾ ਤੇ ਹੋਏਗਾ ਕਿ ਆਨ ਦੁਬਦਾ ਜਾਏ, ਤੇਰੇ ਅੰਦਰੋਂ ਦੁਬਦਾ ਖਤਮ ਹੋ ਜਾਏਗੀ। ਦੁਬਦਾ ਸਾਡੇ ਜੀਵਨ ਦੇ ਜਿੰਨੇ ਦੁੱਖ ਤੇ ਸਾਡੀ ਭਟਕਣਾ ਹੈ ਨਾ, ਇਹਦਾ ਕਾਰਨ ਦੁਬਦਾ ਹੈ। ਭਾਈ ਗੁਰਦਾਸ ਸਾਹਿਬ, पवन गवन जैसे गुड़िया उड़त रहे, पवन रहे तो गुड़ी उड़ ना सकत है। डोरी की मरोर जैसे नटुआ फिरत रहे, ताऊ हाओ मिटे गिर परे है तकत है। कंचन यो शुद्ध जो कुठारी ठहरात नाही, शुद्ध पहने चल शब के शकत है। दुर्मत दुबदा परमत है चतुरकुंठ। जिथे दुबदा है लाजमी उत्थे दुर्मत होएगी, जिथे दुर्मत उत्थे ही दुबदा होएगी। ये सकियां भैणां ने दुबदा ते दुर्मत। दुबदा दुचित्ती, इतों कुछ होएगा कि नहीं होएगा, उतों होएगा कि नहीं होएगा, दुचित्ती। ते दुर्मत भैड़ी मत। दुर्मत दुबदा परमत है चतुरकुंठ। जिहड़ा बंदा दर दर ते तुरिया फिरदा ना, 4 दिन गुरुद्वारे दे चलीसे भी ते वीरवार कबर ते भी, ते किसे ना किसे थां ते नारियल भी चढ़ा दिता ते किसे रुख नूं धागा लपेट दिता, ये दुबदा च पिया। दुर्मत दुबदा परमत है चतुरकुंठ, चारे पासे भटकेगा। गुरमत एक टेक, मौन ना बकत है। जिन्हों आ गई गुरमत, ओदे अंदरों मिट गई दुबदा। ओदी एक ते टेक, मौन ना बकत है, वो चुप हो गया। उन्होंने पता है मेरा काम करने वाला गुरु बैठा है, मेरा बैद गुरु गोबिंदा। हर हर नाम औखद मुख देव है, काटे जम की फंदा, मेरा एक बैठा है। इस्त्री का वार वार बाणी च जिक्र आया, वार वार सुहागण दुहागण जिक्र आया। ते जिहड़ी एक पति वाली हुंदी है, वो दूसरे नूं किसे नूं निगाह च नहीं लियाउंदी। एक अंत वाली दुनिया च शोभा खटदी है। जिहड़ा एक मालक दा हो गया, वो फिर किसे होर दे अगे हथ नहीं अटदा। बली कंधारी ने कहा पानी मेरे तो मंगदा है, ते मर्दानिया तारीफ बाबे नानक दी। 3 वारी गए,
भाई मरदाना जी ते वली ने पानी नहीं सी दिता। ते भाई साहब भाई मरदाना जी आखन लगे, वली जी तेरा जी करे मित्रा पानी दा घुट दे, चाहे ना दे। मरदाना प्यासा ते मर सकता है, पर मरदाने दी रसना तुझे वडियाई निकलेगी ते बाबे नानक दी। मरदाना अपने कंत नूं मालक नूं छड्ड के किसी दूसरे दा जस किवें कर लवे, किवें कर लवे। अज कई लोग आखते हैं ना सिंगरां ते कीर्तनियां च की फर्क हुंदा है, वो भी गाउंदे ने, वो भी गाउंदे ने, फर्क हुंदा है। उन्होंने किते गाउणा होवे मजार ते वो हरी चादर बन के वो मजार ते गाउण चले जाणगे। उन्होंने तुसी पैसे दिओ, वो देवी दे जगराते गाउण लग जाणगे, वो देवी दे भगत बन जाणगे। उन्होंने कोई होर पैसे दे, जिथे मर्जी खड़ के गवा लो, पर गुरु दे कीर्तनीए अत दी गरीबी दे विच भी समा पास कर लेणगे, पर अपने मालक दा दर छड्ड के कदी किसी कबर ते, कदी किसी पत्थर दी मूर्ति कोल, किसी होर थां ते जाके वो जस नहीं करनगे। ये जीवन है गुरु दे कीर्तनियां दा। जे असीं उन्हां दे नाल इन्हां नूं गाउण वालियां दे नाल जोड़ीए ना, ते गुरु दे कीर्तनियां दा कोई मुकाबला नहीं कर सकता। पद्म श्री अवार्ड मिलिया सिख जगत के कीर्तनीय भाई साहब भाई निर्मल सिंह जी नूं, ते उन्हां दी इंटरव्यू सुनो, तुहानूं माण होएगा अपने कीर्तनियां ते। उन्हें कहा अवार्ड तो बहुत बाद दीयां गल्लां, मेरे वास्ते सब तो दुनिया का सब तो वड्डा अवार्ड मैनूं उदण मिल गया सी जिदण मैं धन गुरु रामदास महाराज के चरणों च बैठ के कीर्तन किया। ये कीर्तनीय का जीवन। वली जी पानी दे चाहे ना दे, पर मैं एक दा होया जस करांगा त्यों दा, वडियाई करांगा त्यों दी। ये नहीं अज वो मजार ते गा रहा है, कल किते जगराता गा रहा है, परसों किते होर गा रहा है, दूजे चौथे पंजवें महीने या साल बाद कोई वो सिख इतिहास की भी कैस्ट कढ़ देगा, असीं आगे बल्ले बल्ले जी। नहीं, जो कुकर दर दर फिरे दुर दुर कहे सब कोई, एक दर का होए रहे दुर दुर कहे ना कोई। एक दी बख्शिश लैण वास्ते एक दा होना पैंदा है। एक दा वो हैगा जिहदी दुविधा मिट गई, दुविधा उहदी मिटेगी जिन्हें एक नाल प्रीत पा ली। कबीर प्रीत एक स्यों कीए, जदों एक ना प्रीत पा ली ना, एक ना एक शब्द ना एक गुरु ना जुड़िया, अन दुविधा जाए। मैनूं किसी धागे तो भी कुछ मिलना है, कि रख तो भी कुछ मिलना है, कि फूक ना भी कुछ होना है, सब दुविधा खत्म हो जाएगी। भावें लांबे केस कर, भावें घर मुंडाए। इत्थे लांबे केस करन ते मुंडाउण तो भाव है भी सनातन मत दे विच दोवें फिरके दिखते हैं। लांबे केस कर तो भाव है जटां वधाउण वाले। एक वो ने जिहड़े केस नहीं रखते मुंडा दिंदे ने। ते कबीर साहब कहते भी जे कोई केस मुंडा के आखे भी ये भगती है तो नहीं। कबीर जी का एक बचन पढ़ते ना, मूंड मुंडाए जो सिद्ध पाई, मुक्ति भेड़ ना गईया काई। सिर मुंडाउण नाल रब नहीं मिलता, ते जटां वधाउण नाल भी नहीं मिलता। जे एक नाल प्रीत है तो खेड बनेगी, दुविधा मुकेगी। एक नाल प्रीत नहीं तो दुविधा नहीं जान लगी, भावें जटां वधा ला, भावें घर मुंडाए, ते भावें रगड़ के मना छड़, कोई फर्क नहीं पैंदा। जिहड़ा चौथा सलोक अज दी विचारदा साहिब जी ने बख्शिश किया है, एक चैलेंज है दुनिया के हर एक बशर लिए। एक चैलेंज है कि तू कर सकता है, कि मैं कर सकता है, कि कौन कौन कर सकता है। कि चैलेंज है। वो चैलेंज की है? कबीर जग काजल की कोठरी। ये संसार अज्ञानता दी, मनमत दी, बुराइयां नाल भरी हुई ये मोह दी कज्जल दी कोठरी है। कज्जल दी कोठड़ी। कोठड़ी का मतलब होंदा छोटा जिहा कमरा, कोठे का मतलब होंदा वड्डा कमरा, कोठड़ी छोटा जिहा कमरा। और कज्जल दी उहदे च कालख लगी है, अंध परे ते समाही। उहदे विच जिहड़ा मनुख वड़िया वो अंध अन्ना है। हुण उहदे लई चैलेंज है,
ਅੰਨਾ ਮਨੁੱਖ ਵੜਿਆ ਕੱਜਲ ਦੀ ਕੋਠੜੀ ਵਿੱਚ। ਪਰ ਨਿਕਲਣਾ ਕਿਸ ਤਰ੍ਹਾਂ ਹੈ? निकलना बेदाग है। कबीर जैसी उपजी पेट ते जो तैसी निभ है ओढ़, हीरा किसका बापरा पुजै न रतन करोड़। ये चैलेंज है भी वड़ना कज्जल दी कोठड़ी विच है ते बेदाग निकलना, दाग नहीं लगन देना। हुण किहड़ा दाग नहीं लगन देना? ये कज्जल दी कोठड़ी आ, समाज साडा कज्जल दी कोठड़ी। इत्थे तैनूं दाज दहेज लैण ते देण वाला दाग लगना है। इत्थे झूठ बोलण वाला दाग लगना है। इत्थे ठगी ठोरी वाला दाग लगना है। इत्थे बेईमानियां वाला दाग लगना है। ते सब तो वड्डा दाग ते रब दे नाम नालों टुटण दा, बेमुखताई दा दाग ये लगना है। किन्ने क दाग ने? किन्ने क तो बचेगा? कबीर पंखी हेकड़ो फाही वाल 50। ये मन लहरी गढ़ थी या सच्चे तेरी आस। ये चैलेंज है तेरे लिए। कबीर जग काजल की कोठरी अंध परे ते समाही, अन्ना मनुख वड़िया हों बलहारी तिन कहो। कबीर साहब कहते मैं उन्होंने तो सदके जावां, पैस जो निक सजाही, जिहड़ा इस समाज इस दुनिया दी कजली और बुराइयां दे नाल मनमत ते दुरमत दे कज्जल कालख नाल भरी हुई कोठड़ी दे विच वड़े, पैस जो वड़े ते बेदाग निकले। बेदाग बेदाग निकले। बाबा फरीद साहब जी के जीवन नाल जुड़ के कथा सुनते हैं कि वेसवा ने पूछा सी भी तेरी दाढ़ी दे वाल चंगे कि मेरे कुत्ते की पूछ चंगी है। समा उन्हें तो दसांगा जे नहीं। आखिरी समा आया तो क्या वेसवा नूं बुलाओ। उन्होंने बुला के आख्या तेरे कुत्ते की पूछ नालों मेरी दाढ़ी दे वाल चंगे ने। इन्नी क गल सी तू उदों कह दिंदा, उदों किवें कह सकदा सी? उदों ते हालत सी अजो सुनाऊं समुंदर में क्या जाना क्या हुए। उदों तो मैं इस कज्जल की कोठड़ी विच सी, पता नहीं सुरक्षित निकलांगा कि नहीं निकलांगा, कदों कोई दाग लग जाए। और इस दाग तो बचना है। हर प्रकार का दाग, बजर कुरैतां दा दाग, मनमत का दाग, बुराइयां का दाग, दुरमत का दाग, अपने शब्द गुरु धन गुरु ग्रंथ साहब जी का पल्ला छड्ड के आसे पासे भटकण का दाग, शरीरां दी पूजा का दाग, शरीरां नूं रब बना बना के मनण का दाग, इहदे तो बचना है। ते कौन बचेगा? जिहड़ा धन गुरु ग्रंथ साहब पातशाह महाराज जी दे नाल जुड़ेगा। कबीर दोई पुड़ चक्की जोड़ के पीसण आई बहेठ, जो दर रही सो उभरे नानक अजब डेठ। किल्ली नाल लगे हुए दाने चक्की दे पुड़ां दी मार तो बच जाते हैं। ते जे तू इस कज्जल दी काली कोठड़ी तो बचना चाहुंदा है ते कबीर साहब कहंदे ने फिर उहदा आसरा ले, वाहिगुरू दी याद विच जोड़। एक मेरे मालिक दा आसरा ही तेनू कज्जल दी कोठड़ी तो बचाएगा। ते जेड़ा कज्जल दी कोठड़ी तो बच गया, जिन्नी नाम ध्याया गए मसक्कत घाल, नानक ते मुख उजले खेती छुट्टी नाल। जेड़ा कज्जल दी कोठड़ी तो बच गया उहदा ही ते इहो जिहा जीवन हुंदा है। यह लोक सुखीए पर लोक सुहेले, नानक हर प्रभ आपे मेले भुल्लां दी खिमा जी। वाहिगुरू जी का खालसा, वाहिगुरू जी की फतेह। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।